Hello everyone, welcome back to Suksham Ma'am ki classes. I hope you all are doing great and preparing well for your term second examination. ਜਿਵੇਂ ਤੁਸੀਂ ਵੇਖ ਸਕਦੇ ਹੋ ਅੱਜ ਅਸੀਂ ਸੋਲਵ ਕਰਾਂਗੇ one of Suksham Ma'am ਕੇ guest papers. Subject ਹੈ English, class ਹੈ 10th. Time 2 hours, total marks ਨੇ 40 ਜਿਹਦੇ ਵਿੱਚੋਂ 2 marks good handwriting ਦੇ ਨੇ ਇਹਦਾ ਮਤਲਬ 38 marks ਦਾ ਤੁਸੀਂ ਪੇਪਰ ਅਟੈਂਪਟ ਕਰਨਾ ਹੁੰਦਾ ਹੈ। Section A आ गया reading skill. Read the passage given below and answer the questions that follows. जो थल्ले पैसेज ਦਿੱਤਾ ਹੋਇਆ ਹੈ ਇਹਨੂੰ ਰੀਡ ਕਰੋ ਤੇ ਉਸ ਤੋਂ ਬਾਅਦ ਜੋ ਥੱਲੇ ਕੁਐਸਚਨਸ ਪੁੱਛੇ ਜਾਣਗੇ ਉਹਨਾਂ ਨੂੰ ਤੁਸੀਂ ਆਨਸਰ ਕਰਨਾ ਹੈ। 5 ਕੁਐਸਚਨਸ ਨੇ 5 ਮਾਰਕਸ ਦੇ। ਸੋ ਲੈਟਸ ਸਟਾਰਟ। ਪਹਿਲੇ ਅਸੀਂ ਕੁਐਸਚਨਸ ਰੀਡ ਕਰ ਲੈਂਦੇ ਆ ਤਾਂ ਕਿ ਆਨਸਰਸ ਪੈਸੇਜ ਰੀਡ ਕਰਦੇ ਕਰਦੇ ਹੀ ਮਿਲ ਜਾਣ। ਕੁਐਸਚਨ ਨੰਬਰ 1, what leads to health and happiness? ਕਿਹੜੀ ਚੀਜ਼ ਲੀਡ ਕਰਦੀ ਹੈ ਮਤਲਬ ਲੈ ਕੇ ਜਾਂਦੀ ਹੈ ਖੁਸ਼ੀ ਵੱਲ ਤੇ ਹੈਲਥ ਵੱਲ, ਸਵਾਸਥ ਵੱਲ। ਸੈਕੰਡ, what is a late riser compelled to do? ਜੋ ਇੱਕ ਲੇਟ ਰਾਈਜ਼ਰ ਮਤਲਬ ਕਿ ਜੋ ਲੇਟ ਉੱਠਦਾ ਹੈ ਬੰਦਾ ਉਸਨੂੰ ਕੀ ਕਰਨਾ ਪੈਂਦਾ ਹੈ ਨਾ ਚਾਹੁੰਦੇ ਹੋਏ ਵੀ ਉਹਨੂੰ ਕੰਪੈਲ ਕੀਤਾ ਜਾਂਦਾ ਹੈ ਕਿ ਉਹਨੂੰ ਇੰਝ ਕਰਨਾ ਹੈ। ਥਰਡ, why can't we have a clear brain at midnight? ਰਾਤੀ ਅੱਧੀ ਰਾਤੀ ਸਾਡਾ ਦਿਮਾਗ ਕਲੀਅਰ ਕਿਉਂ ਨਹੀਂ ਹੁੰਦਾ ਹੈ ਜਾਂ ਕਿਉਂ ਨਹੀਂ ਹੋ ਸਕਦਾ ਹੈ। Fourth, the man who rises late cannot take advantage of dash. एक बंदा जो लेट उठता है वो किस चीज का एडवांटेज नहीं ले सकता है। Fifth, the word essential means dash. Essential ਦਾ meaning ਕੀ ਹੁੰਦਾ ਹੈ ਉਹ ਪੁੱਛਿਆ ਜਾ ਰਿਹਾ ਹੈ। ਹੁਣ ਅਸੀਂ ਪੈਸੇਜ ਰੀਡ ਕਰਾਂਗੇ ਤੇ ਆਨਸਰਸ ਲੱਭਾਂਗੇ। Early rising leads to health and happiness. Early rising means ਜਲਦੀ ਉੱਠਣਾ, ਠੀਕ ਹੈ। ਇਹ ਕਿਸ ਵੱਲ ਨੂੰ ਲੈ ਕੇ ਜਾਂਦਾ ਹੈ ਸਾਨੂੰ ਸਿਹਤ ਵੱਲ ਸਾਡੀ ਤੇ ਸਾਡੀ ਖੁਸ਼ੀ ਵੱਲ। with this we get our first answer which says early rising leads to health and happiness. The man who rises late can have little rest in the course of the day. ਇੱਕ ਬੰਦਾ ਜੋ ਲੇਟ ਉੱਠਦਾ ਹੈ ਉਹ ਦਿਨ ਦੇ ਟਾਈਮ ਦੇ ਵਿੱਚ ਘੱਟ ਰੈਸਟ ਕਰ ਸਕਦਾ ਹੈ ਬਿਕੋਜ਼ ਉਹ ਸਵੇਰੇ ਹੀ ਅੱਗੇ ਲੇਟ ਹੋ ਚੁੱਕਿਆ ਹੁੰਦਾ ਹੈ ਆਪਣੇ ਕੰਮ ਦੇ ਲਈ। Anyone who lies in bed is compelled to work till late hours in the evening. ਕੋਈ ਵੀ ਬੰਦਾ ਜੋ ਲੇਟ ਟਾਈਮ ਤੱਕ ਬੈੱਡ ਤੇ ਪਿਆ ਰਹਿੰਦਾ ਹੈ ਉਹਨੂੰ ਨਾ ਚਾਹੁੰਦੇ ਹੋਏ ਵੀ ਲੇਟ ਆਵਰਸ ਤੱਕ ਕੰਮ ਕਰਨਾ ਪੈਂਦਾ ਹੈ ਸ਼ਾਮ ਦੇ। and with this we get our second answer which says a late riser is compelled to work till late hours in the midnight. Next, he has to go without the evening exercise which is so necessary for his health. ਉਹਦੇ ਸਵਾਸਥ ਦੇ ਲਈ ਰਾਤ ਈਵਨਿੰਗ ਦੀ ਜੋ ਐਕਸਰਸਾਈਜ਼ ਹੈ ਬਹੁਤ ਜ਼ਰੂਰੀ ਹੁੰਦੀ ਹੈ ਬਟ ਉਹ ਨਹੀਂ ਕਰ ਪਾਉਂਦਾ ਹੈ। in spite of all his efforts his work will not produce as good result that of an early riser. ਭਾਵੇਂ ਉਹ ਜਿੰਨਾ ਮਰਜ਼ੀ ਐਫਰਟ ਪਾ ਲੇ ਉਹਦਾ ਕੰਮ ਓਨਾ ਵਧੀਆ ਰਿਜ਼ਲਟ ਨਹੀਂ ਲਿਆ ਪਾਏਗਾ ਜਿੰਨਾ ਇੱਕ ਸਵੇਰੇ ਜਲਦੀ ਉੱਠਣ ਵਾਲੇ ਬੰਦੇ ਦਾ ਹੋਵੇਗਾ। The reason for this is that he cannot take advantage of the refreshing morning hours. ਰੀਜ਼ਨ ਇਹ ਹੈ ਕਿ ਉਹ ਬੰਦਾ ਜਲਦੀ ਸਵੇਰੇ ਉੱਠ ਕੇ ਜੋ ਸਵੇਰ ਦੀ ਜੋ ਰਿਫਰੈਸ਼ਮੈਂਟ ਹੁੰਦੀ ਹੈ ਨਾ, ਜੋ ਹਵਾ ਜੋ ਤਾਜ਼ਗੀ ਹੁੰਦੀ ਹੈ, ਜੋ ਫਲਾਵਰ ਸਵੇਰੇ ਬਲੌਸਮ ਕਰਦੇ ਨੇ, ਜੋ ਮਤਲਬ ਕਿ ਜਿੰਨਾ ਵੀ ਇਨਵਾਇਰਨਮੈਂਟ ਮਾਰਨਿੰਗ 'ਚ ਕਲੀਨ ਹੁੰਦਾ ਹੈ ਉਸ ਚੀਜ਼ ਦਾ ਉਹਨੂੰ ਐਡਵਾਂਟੇਜ ਮਿਲਦਾ ਨਹੀਂ ਹੈ। Some people says that the quiet hours of midnight are best time for working. ਕੁਝ ਲੋਕ ਇਹੋ ਜਿਹੇ ਵੀ ਨੇ ਜੋ ਕਹਿੰਦੇ ਨੇ ਅੱਧੀ ਰਾਤ ਨੂੰ ਕੰਮ ਕਰਨਾ ਸਭ ਤੋਂ ਬੈਸਟ ਟਾਈਮ ਹੈ, ਅੱਧੀ ਰਾਤੀ ਤੁਸੀਂ ਸ਼ਾਂਤੀ ਨਾਲ ਕੰਮ ਕਰ ਸਕਦੇ ਹੋ। Several great thinkers say that they can write best only when they burn the midnight oil. ਹੁਣ ਕਈ ਇਹੋ ਜਿਹੇ ਲੋਕੀ ਨੇ ਜੋ ਥਿੰਕਰਸ ਨੇ ਜੋ ਕਹਿੰਦੇ ਨੇ ਕਿ ਅਸੀਂ ਬੈਸਟ ਆਪਣੀ ਰਾਈਟਿੰਗ ਕਦੋਂ ਕਰ ਸਕਦੇ ਹਾਂ ਲਿਖਣ ਦਾ ਕੰਮ ਜਦੋਂ ਅਸੀਂ ਰਾਤੀ ਜਾ ਕੇ ਆਪਣਾ ਮਿਡਨਾਈਟ ਆਇਲ ਬਰਨ ਕਰਦੇ ਹਾਂ। Yet it is true to say that few men have clear brain at midnight when the body needs rest and sleep. ਹੁਣ ਇਹ ਕਹਿਣਾ ਵੀ ਠੀਕ ਰਹੇਗਾ ਕਿ ਕਈ ਲੋਕ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਦੇ ਬ੍ਰੇਨ ਕਲੀਅਰ ਹੁੰਦੇ ਨੇ ਜਦ ਕਿ ਉਸ ਟਾਈਮ ਤੇ ਬੋਡੀ ਨੂੰ ਕੀ ਚਾਹੀਦਾ ਹੁੰਦਾ ਹੈ, ਰੈਸਟ ਤੇ ਸਲੀਪ ਚਾਹੀਦੀ ਹੁੰਦੀ ਹੈ। Those who work at that time soon ruin their health. ਹੁਣ ਉਸ ਟਾਈਮ ਤੇ ਜਦੋਂ ਬੋਡੀ ਨੂੰ ਰੈਸਟ ਚਾਹੀਦੀ ਹੈ, ਸਲੀਪ ਚਾਹੀਦੀ ਹੈ, ਅਸੀਂ ਉਸ ਟਾਈਮ ਤੇ ਕੰਮ ਕਰਾਂਗੇ ਤੇ ਕੀ ਹੋਏਗਾ, ਸਾਡੀ ਹੈਲਥ ਖਰਾਬ ਹੋ ਜਾਏਗੀ। Bad health must in the long run have a bad effect on the quality of their work. ਹੁਣ ਜੇ ਤੁਹਾਡੀ ਜੋ ਸਿਹਤ ਹੈ ਉਹ ਮਾੜੀ ਹੈ ਅੱਗੇ ਚੱਲ ਕੇ ਤੁਹਾਡੇ ਕੰਮ ਦੀ ਕੁਆਲਿਟੀ ਨੂੰ ਵੀ ਉਹ ਗਿਰਾ ਦੇਗਾ।
ਇਹਦੇ ਨਾਲ ਸਾਨੂੰ ਸਾਡੇ ਥਰਡ ਫੋਰਥ ਤੇ ਫਿਫਥ ਦੇ ਆਂਸਰ ਮਿਲਣਗੇ। ਥਰਡ ਦਾ ਆਂਸਰ ਹੈ ਬਿਕੋਜ਼ at that time our body needs sleep and rest। fourth the refreshing morning hours and fifth is necessary। ਇਹ ਤੁਹਾਡੇ ਆਂਸਰਸ ਨੇ, ਇਹਨਾਂ ਨੂੰ ਤੁਸੀਂ ਨੋਟ ਡਾਊਨ ਕਰ ਸਕਦੇ ਹੋ। ਨੈਕਸਟ ਗੋਜ਼ ਸੈਕਸ਼ਨ ਬੀ ਇੰਗਲਿਸ਼ ਟੈਕਸਟ ਬੁੱਕਸ। 13 ਮਾਰਕਸ ਦਾ ਸੈਕਸ਼ਨ ਹੈ। ਪਹਿਲੇ ਆ ਜਾਏਗਾ ਆਂਸਰ ਐਨੀ 3 ਆਫ ਦੀ ਫੋਲੋਇੰਗ ਕੁਐਸਚਨ ਇਨ 10 to 20 words। 3 ਕੁਐਸਚਨਸ ਕਰਨੇ ਨੇ, ਠੀਕ ਹੈ। ਟੋਟਲ 5 ਪੁੱਛੇ ਗਏ ਨੇ, 3 ਅਟੈਂਪਟ ਕਰਨ ਨੂੰ ਕਿਹਾ ਗਿਆ ਹੈ। ਆਈ ਸੁਜੈਸਟ ਕਿ ਤੁਸੀਂ 4 ਅਟੈਂਪਟ ਕਰਨਾ। ਇਨ ਕੇਸ ਕਿਸੇ ਇੱਕ ਵਿੱਚ ਕੋਈ ਮਿਸਟੇਕ ਹੋ ਜਾਂਦੀ ਹੈ ਸਪੈਲਿੰਗ, ਤਾਂ ਤੁਹਾਡੇ ਬਾਕੀ 3 ਜੋ ਬਿਲਕੁਲ ਕਰੈਕਟ ਹੋਣਗੇ ਟੀਚਰਸ ਉਹਨਾਂ ਨੂੰ ਸਕੋਰ ਕਰ ਦੇਣਗੇ। ਸੋ ਲੈਟਸ ਸਟਾਰਟ। ਕੁਐਸਚਨ ਨੰਬਰ 1, what was the status of women in ancient India। ਪੁਰਾਣੇ ਇੰਡੀਆ ਦੇ ਟਾਈਮ ਦੇ ਵਿੱਚ ਇੱਕ ਲੇਡੀ ਦਾ, ਇੱਕ ਜਨਾਨੀ ਦਾ ਕੀ ਦਰਜਾ ਹੁੰਦਾ ਸੀ। ਕੁਐਸਚਨ ਪੁੱਛਿਆ ਗਿਆ ਹੈ ਤੁਹਾਡੇ ਚੈਪਟਰ some glimpses of the ancient Indian thoughts and practices। ਆਂਸਰ ਹੈ in ancient time women enjoyed high status। ਇਹਨਾਂ ਨੂੰ ਉੱਚਾ ਦਰਜਾ ਦਿੱਤਾ ਜਾਂਦਾ ਸੀਗਾ। no auspicious function was considered complete without their participation। ਕੋਈ ਵੀ ਚੰਗਾ ਜੋ ਫੰਕਸ਼ਨ ਹੁੰਦਾ ਸੀ ਉਹਨੂੰ ਕੰਪਲੀਟ ਨਹੀਂ ਗਿਣਿਆ ਜਾਂਦਾ ਸੀ ਜੇ ਉੱਥੇ ਇੱਕ ਲੇਡੀ, ਇੱਕ ਜਨਾਨੀ ਮੌਜੂਦ ਨਹੀਂ ਹੈ। Question number 2, why did Bishambar send for his sister। ਚੈਪਟਰ ਹੈ ਦੀ ਹੋਮਕਮਿੰਗ ਕਿ ਬਿਸ਼ੰਬਰ ਨੇ ਆਪਣੀ ਸਿਸਟਰ ਨੂੰ ਕਿਉਂ ਸੱਦਾ ਭੇਜਿਆ ਸੀ, ਮਤਲਬ ਉਹਨੂੰ ਕਿਉਂ ਬੁਲਾਇਆ ਸੀਗਾ। ਫਾਤਿਕ was seriously ill। ਉਹਦਾ ਮੁੰਡਾ, ਉਹਦੀ ਭੈਣ ਦਾ ਮੁੰਡਾ ਫਾਤਿਕ ਜੋ ਸੀਗਾ ਉਹ ਬਹੁਤ ਸੀਰੀਅਸਲੀ ਬਿਮਾਰ ਹੋ ਗਿਆ ਸੀ। The doctor said the boy's condition was critical। ਕਿ ਉਹਦੀ ਕੰਡੀਸ਼ਨ ਬਹੁਤ ਕ੍ਰਿਟੀਕਲ ਹੈ, ਉਹ ਕਦੇ ਵੀ ਮਰ ਸਕਦਾ ਹੈ। That was why Bishambar sent for his sister। Why do the stars twinkle। ਤਾਰੇ ਚਮਕਦੇ ਜਾਂ ਟਿਮਟਿਮਾਉਂਦੇ ਕਿਉਂ ਨੇ। ਚੈਪਟਰ ਦਾ ਨਾਮ ਹੈ The Making of the Earth and your answer is the stars like the sun are the balls of fire। ਜਿਵੇਂ ਇੱਕ sun ਹੈ ਉਸੇ ਤਰ੍ਹਾਂ ਸਟਾਰ ਵੀ ਅੱਗ ਦਾ ਗੋਲਾ ਹੈ ਜਾਂ ਅੱਗ ਦੇ ਗੋਲੇ ਹੁੰਦੇ ਨੇ। As their rays passes through the different layers of the atmosphere they seems to be twinkling। ਜਦੋਂ ਸਾਡੇ ਜੋ ਐਟਮੋਸਫੇਅਰਸ ਦੀ ਵੱਖਰੀਆਂ ਵੱਖਰੀਆਂ ਲੇਅਰਸ ਨੇ, ਟ੍ਰੋਪੋਸਫੇਅਰ, ਸਟ੍ਰੈਟੋਸਫੇਅਰ, ਆਇਨੋਸਫੇਅਰ, ਜਦੋਂ ਸਫੇਅਰਸ ਤੋਂ ਨਿਕਲਦੀਆਂ ਨੇ ਰੇਜ਼, ਇਹ ਕੀ ਕਰਦੀਆਂ ਨੇ, ਇਹ ਰਿਫਲੈਕਟ ਹੁੰਦੀਆਂ ਨੇ, ਠੀਕ ਹੈ, ਜਿਹਦੇ ਕਾਰਨ ਸਾਨੂੰ ਟਵਿੰਕਲਿੰਗ ਸੈਂਸੇਸ਼ਨ ਮਿਲਦੀ ਹੈ। ਨੈਕਸਟ, who disturbed the author on the train। author ਨੂੰ ਟ੍ਰੇਨ ਤੇ ਕਿੰਨੇ ਡਿਸਟਰਬ ਕੀਤਾ। ਚੈਪਟਰ ਦਾ ਨਾਮ ਹੈ The Rule of the Road and your answer is two passengers boarded the train। ਦੋ ਪੈਸੇਂਜਰਸ ਨੇ ਟ੍ਰੇਨ ਨੂੰ ਬੋਰਡ ਕੀਤਾ, ਮਤਲਬ ਚੜੇ। one of them kept talking loudly। ਉਹਨਾਂ ਵਿੱਚੋਂ ਇੱਕ ਬਹੁਤ ਜ਼ੋਰ ਦੀ ਬੋਲਦਾ ਰਿਹਾ। The author couldn't concentrate on the book he wanted to read and ਇਸੇ ਕਾਰਨ ਜੋ author ਸੀਗਾ ਆਪਣੀ ਬੁੱਕ ਤੇ concentrate ਨਹੀਂ ਕਰ ਪਾਇਆ ਜੋ ਉਹ ਰੀਡ ਕਰਨਾ ਚਾਹੁੰਦਾ ਸੀ। And your last question is how was the stout lady mistaken about the liberty। ਚੈਪਟਰ ਦਾ ਨਾਮ ਹੈ The Rule of the Road ਕਿ ਲਿਬਰਟੀ ਨੂੰ ਲੈ ਕੇ ਉਹ ਸਟਾਊਟ ਲੇਡੀ ਨੂੰ ਕੀ ਗਲਤਫਹਿਮੀ ਹੋਈ ਸੀ। She failed to understand that if every man were free to do whatever he liked there would be no freedom at all। there would be chaos everywhere। ਉਹ ਇਹ ਚੀਜ਼ ਨੂੰ ਸਮਝ ਨਹੀਂ ਪਾ ਰਹੀ ਸੀ ਜੇ ਹਰ ਬੰਦੇ ਨੂੰ ਫ੍ਰੀडम ਦੇ ਦਿੱਤੀ ਗਈ ਕਿ ਉਹ ਜੋ ਚਾਹੇ ਉਹ ਕਰ ਸਕਦਾ ਹੈ ਤਾਂ ਬਾਕੀਆਂ ਲਈ ਫ੍ਰੀडम ਬਿਲਕੁਲ ਨਹੀਂ ਰਹੇਗੀ, ਮਤਲਬ ਕਿਸੇ ਲਈ ਨਹੀਂ ਫ੍ਰੀडम ਨਹੀਂ ਰਹੇਗੀ, ਹਫੜਾ ਤਫੜੀ ਹਰ ਜਗ੍ਹਾ ਮਚ ਜਾਏਗੀ। ਠੀਕ ਹੈ। ਨੈਕਸਟ ਕਮਸ ਆਂਸਰ ਐਨੀ 2 ਕੁਐਸਚਨਸ ਇਨ 25 to 30 words। 2 ਕੁਐਸਚਨ ਅਟੈਂਪਟ ਕਰਦੇ ਨੇ, 4 ਦਿੱਤੇ ਗਏ ਨੇ, ਕੋਸ਼ਿਸ਼ ਕਰਨਾ 3 ਕਰ ਲੈਣਾ। ਅਗੇਨ ਇੱਕ 'ਚ ਗਲਤੀ ਹੋਈ ਤੇ ਬਾਕੀ 2 ਨੂੰ ਫੁੱਲ ਸਕੋਰ ਮਿਲ ਜਾਣਗੇ। 2 into 2 4 ਮਾਰਕਸ ਦਾ ਤੁਹਾਡਾ ਹੈ, ਥਰਡ ਪਾਰਟ ਹੈ। ਕੁਐਸਚਨ ਨੰਬਰ 1, why did Holmes not let Watson touch his things। what did Watson think about Holmes then। ਹੋਮਸ ਵਾਟਸਨ ਨੂੰ ਆਪਣੀ ਚੀਜ਼ਾਂ ਨੂੰ ਹੱਥ ਲਾਉਣ ਤੋਂ ਕਿਉਂ ਮਨਾ ਕਰ ਰਿਹਾ ਸੀ ਜਾਂ ਹੱਥ ਲਾਉਣ ਨਹੀਂ ਦੇ ਰਿਹਾ ਸੀ ਤੇ ਵਾਟਸਨ ਨੇ ਉਹਦੇ ਬਾਰੇ ਕੀ ਸੋਚਿਆ ਉਸ ਟਾਈਮ ਤੇ। ਚੈਪਟਰ ਦਾ ਨਾਮ ਹੈ ਦੀ ਡਾਇੰਗ ਡਿਟੈਕਟਿਵ। your answer is Watson picked up an ivory box। ਵਾਟਸਨ ਨੇ ਇੱਕ ਆਈਵਰੀ ਬਾਕਸ ਚੁੱਕਿਆ। ਹੋਮਸ knew it had a poisonous spring in it। ਹੋਮਸ ਨੂੰ ਪਤਾ ਸੀ ਕਿ ਉਹਦੇ ਵਿੱਚ ਇੱਕ ਜ਼ਹਿਰੀਲੀ ਸਪ੍ਰਿੰਗ ਹੈ। therefore Holmes told him to put it down। ਇਸ ਲਈ ਹੋਮਸ ਨੇ ਕਿਹਾ ਕਿ ਉਹਨੂੰ ਥੱਲੇ ਵਾਪਸ ਰੱਖ ਦੇ। he said that he hated to have his things touched। ਕਿ ਉਹਨੂੰ ਚੰਗਾ ਨਹੀਂ ਲੱਗਦਾ, ਉਹਨੂੰ ਬਹੁਤ ਨਫ਼ਰਤ ਹੁੰਦੀ ਹੈ ਜੇ ਕੋਈ ਉਹਦੇ ਸਮਾਨ ਨੂੰ ਟੱਚ ਕਰਦਾ ਹੈ। ਵਾਟਸਨ thought illness had affected Holmes' mind। ਵਾਟਸਨ ਨੂੰ ਲੱਗਿਆ ਕਿ ਉਹਦੀ ਬਿਮਾਰੀ ਨੇ ਉਹਦੇ ਦਿਮਾਗ ਤੇ ਅਸਰ ਪਾਤਾ ਹੈ। Question number 2, who were the Bashkirs। how did Peckham make friends with them। ਚੈਪਟਰ ਦਾ ਨਾਮ ਹੈ How much land does a man need। ਬਸ਼ਕੀਰਸ ਕੌਣ ਸਨ ਤੇ ਪੈਖਮ ਨੇ ਉਹਨਾਂ ਨੂੰ ਆਪਣਾ ਫਰੈਂਡ ਕਿਵੇਂ ਬਣਾਇਆ।
The Bashkirs were very simple people, बहुत ही ਸਾਧਾਰਨ ਜਿਹੇ ਲੋਕੀ ਸਨ ਉਹ। They lived in tents, ਉਹ tents 'ਚ ਰਹਿੰਦੇ ਸਨ। They had plenty of land, ਉਹਨਾਂ ਕੋਲ ਬਹੁਤ ਜ਼ਿਆਦਾ ਤਾਦਾਦ ਤੇ ਜ਼ਮੀਨ ਸੀ। Peckham made friends with them by gifting them various gifts. ਹੁਣ ਪੈਕਹਮ ਨੇ ਉਹਨਾਂ ਨਾਲ ਦੋਸਤੀ ਕਿਵੇਂ ਕੀਤੀ? ਉਹਨਾਂ ਨੂੰ ਅਲੱਗ-ਅਲੱਗ ਤਰ੍ਹਾਂ ਦੇ ਗਿਫਟਸ ਦੇ ਕੇ, ਉਪਹਾਰ ਦੇ ਕੇ। Third, why couldn't sausage see inside the water? Chapter ਦਾ ਨਾਂ ਹੈ Return to Air. Sausage ਪਾਣੀ ਦੇ ਵਿੱਚ ਕਿਉਂ ਨਹੀਂ ਵੇਖ ਪਾ ਰਿਹਾ ਸੀ? Answer is sausage had weak eyesight and had to wear glasses. ਉਹਦੀ ਅੱਖਾਂ ਦੀ ਰੋਸ਼ਨੀ ਬਹੁਤ ਕਮਜ਼ੋਰ ਸੀ ਤੇ ਉਹਨੂੰ glasses wear ਕਰਨੇ ਪੈਂਦੇ ਸੀ, ਚਸ਼ਮੇ ਲਾਣੇ ਪੈਂਦੇ ਸੀ। But for diving he had to remove his glasses. ਤੇ ਡਾਈਵਿੰਗ ਕਰਨ ਲਈ ਤੁਹਾਨੂੰ ਪਤਾ ਹੀ ਹੈ ਕਿ ਉਹਨੂੰ ਆਪਣੇ ਚਸ਼ਮੇ ਲਾਣੇ ਪਏ। That was why he couldn't see inside the water properly. इसलिए वो पानी ਦੇ ਅੰਦਰ कुछ भी properly नहीं ਵੇਖ ਸਕਿਆ। And last is, who was Mrs. Hudson? Why did she go to Watson House? Chapter is The Dying Detective. Mrs. Hudson कौन सी ਤੇ ਉਹ ਵਾਟਸਨ ਦੇ ਘਰ ਕਿਉਂ ਗਈ ਸੀ? Mrs. Hudson was, ਇੱਥੇ W ਆਏਗਾ, was ਸ਼ਰਲੌਕ ਹੋਮਸ ਲੈਂਡਲੇਡੀ, ਮਤਲਬ ਕਿ ਸ਼ਰਲੌਕ ਹੋਮਸ ਉਹਦਾ ਕਿਰਾਏਦਾਰ ਸੀ ਤੇ ਉਹਦੇ ਘਰ ਦੀ ਮਾਲਕਨ ਸੀ। She went to Watson's house to tell him that his friend Sherlock Holmes was critically ill. ਉਹ ਵਾਟਸਨ ਦੇ ਘਰ ਉਹਨੂੰ ਦੱਸਣ ਗਈ ਸੀ ਕਿ ਉਹਦਾ ਦੋਸਤ ਬਹੁਤ ਹੀ critically ਬਿਮਾਰ ਹੈ, ill ਹੈ। She wanted Watson to come and save his friend's life. ਉਹ ਚਾਹੁੰਦੀ ਸੀ ਕਿ ਵਾਟਸਨ ਆਏ ਤੇ ਆਪਣੇ ਦੋਸਤ ਦੀ ਜਾਨ ਬਚਾਏ। Next goes attempt any one of the following. ਹੁਣ ਉਹ attempt ਕਰਨਾ ਜੋ ਚੰਗੀ ਤਰ੍ਹਾਂ ਆਂਦਾ ਹੈ। ਫਸਟ ਵਿੱਚ ਤੁਹਾਨੂੰ ਕਿਸੇ ਵੀ ਪੋਮ ਦੀ ਸਮਰੀ ਪੁੱਛੀ ਜਾ ਸਕਦੀ ਹੈ, ਸੈਂਟਰਲ ਆਈਡੀਆ ਪੁੱਛਿਆ ਜਾ ਸਕਦਾ ਹੈ ਤੇ ਸੈਕਿੰਡ ਵਿੱਚ ਸਟੈਂਜ਼ਾ ਹੋਏਗਾ ਜਿਹਦੇ ਵਿੱਚੋਂ 3 ਕੁਐਸਚਨਸ ਪੁੱਛੇ ਜਾਣਗੇ। ਅਸੀਂ ਦੋਨੋਂ ਹੀ ਸੋਲਵ ਕਰਾਂਗੇ ਹੁਣੇ। ਉਸ ਟਾਈਮ ਤੇ ਜੋ ਤੁਹਾਨੂੰ ਚੰਗੀ ਤਰ੍ਹਾਂ ਆਂਦਾ ਹੋਏਗਾ ਤੁਸੀਂ ਉਹ ਕਰਨਾ। ਰਾਈਟ ਅ ਸਮਰੀ ਆਫ ਦੀ ਪੋਮ ਰਜ਼ੀਆ ਦੀ ਟਾਈਗਰਸ। ਸਮਰੀ ਲਿਖਦੇ ਹਾਂ। रजिया is a young tigress और एक जवान शेरनी है। She has two little cubs या little two cubs, ਉਹਦੇ ਛੋਟੇ ਛੋਟੇ 2 cubs ਨੇ। Her male companion शेरू had left her, ਉਹਦਾ ਜੋ ਮੇਲ ਸਾਥੀ ਸੀਗਾ ਉਹਨੇ ਉਹਨੂੰ ਛੱਡਤਾ ਸੀ। Now Razia is worried about her 2 cubs. ਹੁਣ ਰਜ਼ੀਆ ਬਹੁਤ ਪਰੇਸ਼ਾਨ ਹੈ ਆਪਣੇ 2 ਬੱਚਿਆਂ ਦੇ ਲਈ। She can't leave them alone, ਉਹਨਾਂ ਨੂੰ ਇਕੱਲਾ ਛੱਡ ਕੇ ਨਹੀਂ ਜਾ ਸਕਦੀ ਸੀ। And go hunting for food, ਮਤਲਬ ਇਕੱਲਾ ਛੱਡ ਕੇ ਖਾਣੇ ਦੀ ਤਲਾਸ਼ 'ਚ ਜਾਂ ਹੰਟ ਕਰਨ ਲਈ ਉਹ ਨਹੀਂ ਜਾ ਸਕਦੀ ਸੀ। ਹੈਨਾਸ ਕੈਨ ਕਮ ਐਂਡ ਕਿਲ ਦ ਲਿਟਲ ਕਬਸ, ਹੈਨਾਸ ਆ ਕੇ ਉਹਨਾਂ ਦੇ ਬੱਚਿਆਂ ਨੂੰ ਮਾਰ ਸਕਦੀ ਸੀ। ਸ਼ੀ ਵਾਸ ਅਫਰੇਡ ਆਫ ਦੀ ਪੋਚਰਸ ਆਲਸੋ, ਉਹ ਪੋਚਰਸ ਤੋਂ ਵੀ ਉਹਨੂੰ ਬਹੁਤ ਡਰ ਸੀਗਾ। ਠੀਕ ਹੈ। ਨੈਕਸਟ ਹੈ ਸਟੈਂਜ਼ਾ ਰੀਡ ਕਰਕੇ ਤੁਸੀਂ ਆਨਸਰ ਕਰਨੇ ਨੇ। ਵਟ ਇਜ਼ ਡਰੇਰੀ ਡੈਜ਼ਰਟ ਸੈਂਡ ਦੈਟ ਦ ਪੋਇਟ ਸਪੀਕਸ ਆਫ। ਹੁਣ ਜੋ ਪੋਇਟ ਨੇ ਵਿੱਚ ਲਾਈਨਸ ਤੇ ਬੋਲਿਆ ਹੈ ਡੇਅਰੀ ਡੈਜ਼ਰਟ ਸੈਂਡ, ਉਹਦਾ ਕੀ ਮਤਲਬ ਹੈ? dreary desert sand is the bad course of useless custom and dead habits. ਉਹਦੀ ਕਿਤੇ ਗੱਲ ਕੀਤੀ ਹੈ ਪੋਇਟ ਨੇ ਇਹਦੇ ਵਿੱਚ, ਜੋ ਯੂਜ਼ਲੈਸ ਕਸਟਮਸ ਹੁੰਦੇ ਨੇ ਜਾਂ ਜੋ ਡੈਡ ਹੈਬਿਟਸ ਹੁੰਦੀਆਂ ਨੇ ਵਿਚ ਆਰ ਨਾਟ ਗੁੱਡ, ਉਹਨਾਂ ਨੇ ਪੋਇਟ ਨੇ ਉਹਨੂੰ ਇਸ ਟਰਮ ਨਾਲ ਰਿਪਰੈਜ਼ੈਂਟ ਕੀਤਾ ਹੈ। ਕਿਹੜੀ ਟਰਮ ਹੈ? ਡਰੇਰੀ ਡੈਜ਼ਰਟ ਸੈਂਡ। What does the poet wants? ਹੁਣ poet ਨੂੰ ਕੀ ਚਾਹੀਦਾ ਹੈ? The poet wants that the people should be guided by the reason. They should not be led by dead habits and outdated custom. They should be broad-minded. poet ਚਾਹੁੰਦਾ ਹੈ ਕਿ ਲੋਕੀ ਆਪਣੀ ਸੋਚ ਦਾ ਦਾਇਰਾ ਵੱਡਾ ਕਰੇ। ਠੀਕ ਹੈ। ਕਿਸੇ ਵੀ ਪੁਰਾਣੇ ਕਸਟਮਸ ਜਾਂ ਮਤਲਬ ਕਿ ਇਹੋ ਜਿਹੇ ਉਟਪਟਾਂਗ ਕਸਟਮਸ ਨੂੰ ਫੋਲੋ ਨਾ ਕਰਨ, ਆਪਣਾ ਦਿਮਾਗ ਲਾਣ ਤੇ ਰੀਜ਼ਨੇਬਲ ਚੀਜ਼ਾਂ ਨੂੰ ਹੀ ਉਹਨਾਂ ਨੂੰ ਸੋਚ ਸਮਝ ਕੇ ਅਪਣਾਉਣਾ ਚਾਹੀਦਾ ਹੈ। ਕੋਈ ਵੀ ਕਸਟਮ ਹੈ ਜਾਂ ਕੋਈ ਵੀ ਸੋਚ ਹੈ, ਕੋਈ ਵੀ ਹੈਬਿਟ ਹੈ ਜਿਹਦਾ ਕੋਈ ਮਤਲਬ ਨਹੀਂ ਹੈ ਅੱਜ ਦੇ ਟਾਈਮ ਦੇ ਵਿੱਚ, ਜਿਹਦੀ ਜ਼ਰੂਰਤ ਹੀ ਨਹੀਂ ਹੈ ਮਤਲਬ। ਠੀਕ ਹੈ। ਕੋਈ ਕਸਟਮਸ ਇਹੋ ਜਿਹੇ ਹੁੰਦੇ ਨੇ ਜੋ ਅੱਜ ਦੇ ਟਾਈਮ ਦੇ ਵਿੱਚ ਫੋਲੋ ਕਰਨਾ ਬੇਵਕੂਫੀ ਕਹਿਲਾਈ ਜਾਏਗੀ। ਜੇ ਤੁਸੀਂ ਕਰਦੇ ਹੋ ਸੋ ਦੈਟਸ ਬੈਡ। ਪੋਇਟ ਚਾਹੁੰਦਾ ਹੈ ਕਿ ਤੁਸੀਂ ਆਪਣੀ ਸੋਚ ਨੂੰ ਬਦਲੋ ਤੇ ਰੀਜ਼ਨੇਬਲ ਚੀਜ਼ਾਂ ਵੱਲ ਨੂੰ ਫੋਕਸ ਕਰੋ। ਨੈਕਸਟ ਗੋਜ਼ who leads the people into the heaven of freedom and how? ਕੌਣ ਹੈ ਉਹ ਬੰਦਾ ਜਾਂ ਕੌਣ ਹੈ ਉਹ ਚੀਜ਼ ਜੋ ਲੋਕਾਂ ਨੂੰ heaven of freedom ਵੱਲ ਲੈ ਕੇ ਜਾਂਦੀ ਹੈ ਤੇ ਕਿਵੇਂ? God leads the people in the heaven of freedom. ਰੱਬ ਲੈ ਕੇ ਜਾਂਦਾ ਹੈ। ਕਿਵੇਂ ਲੈ ਕੇ ਜਾਂਦਾ ਹੈ? He does so by kindling the light of truth and reason in the people. ਲੋਕਾਂ ਦੇ ਅੰਦਰ ਕਿਸ ਚੀਜ਼ ਦੀ ਲੋ ਜਗਾ ਕੇ? ਸੱਚਾਈ ਤੇ ਰੀਜ਼ਨਿੰਗ ਦੀ, ਕਿ ਜੋ ਵੀ ਗੱਲ ਹੋ ਰਹੀ ਹੈ ਕਿਉਂ ਹੋ ਰਹੀ ਹੈ ਜਾਂ ਕਿਉਂ ਨਹੀਂ ਹੋਣੀ ਚਾਹੀਦੀ ਹੈ, ਸੱਚਾਈ ਕੀ ਹੈ, ਉਹਦੀ ਉਹ ਜੋਤ ਇੱਕ ਬੰਦੇ ਦੇ ਅੰਦਰ ਜਗਾ ਕੇ ਉਹਨੂੰ ਹੈਵਨ ਆਫ ਫਰੀडम ਵੱਲ ਲੈ ਕੇ ਜਾਂਦਾ ਹੈ। ਕੌਣ ਲੈ ਕੇ ਜਾਂਦਾ ਹੈ? ਰੱਬ।
Next comes section C, vocabulary. Fill in the blanks choosing the correct word. Correct word fill करना है. He is opening the gardens. Garden ਦਾ ਕੀ ਖੋਲਿਆ ਜਾ ਰਿਹਾ ਹੈ? Gate, G-A-T-E, gate. Use the given idiom in a sentence. Sentence frame करना है. Behind one's back. किसी ਦੇ ਪਿੱਠ ਪਿੱਛੇ ਕੋਈ ਕੰਮ ਹੋਣਾ ਤਾਂ behind one back ਹੁੰਦਾ ਹੈ. She sold the car behind his back while he was away on vacation. ਉਹਨੇ ਉਹਦੇ ਪਿੱਠ ਪਿੱਛੇ ਉਹਦੀ ਗੱਡੀ ਵੇਚਤੀ ਜਦੋਂ ਉਹ ਛੁੱਟੀਆਂ ਮਨਾਉਣ ਗਿਆ ਹੋਇਆ ਸੀ. Section D, grammar and composition. Translate any two of the following sentences into Punjabi or Hindi. ਦੋ ਕਿਹਾ ਗਿਆ ਹੈ, ਜੇ possible ਹੋਵੇ ਤਾਂ ਤਿੰਨੋਂ attempt ਕਰ ਦੇਣਾ. The moon is called a satellite of the earth. ਚੰਦ ਨੂੰ ਧਰਤੀ ਦਾ ਉਪਗ੍ਰਹਿ ਕਿਹਾ ਜਾਂਦਾ ਹੈ. This does not belong to me. ਇਹ ਮੇਰਾ ਨਹੀਂ ਹੈ. ਫਾਤਿਕ refused to move. ਫਾਤਿਕ ਨੇ ਜਾਣ ਤੋਂ ਇਨਕਾਰ ਕਰ ਦਿੱਤਾ. Translate any two of the following sentences into English. Again ਦੋ ਬੋਲਿਆ ਗਿਆ ਹੈ, ਤਿੰਨੋਂ attempt ਕਰਨਾ. ਮੈਂ ਠੀਕ ਮਹਿਸੂਸ ਨਹੀਂ ਕਰ ਰਿਹਾ. I am not feeling well. ਇਹ ਖਬਰ ਸੱਚ ਹੈ. This news is true. ਮੈਂ ਇੱਕ ਵਿਦਿਆਰਥੀ ਹਾਂ. I am a student. Next, do as directed. Fill in the blanks using suitable modal from the bracket. ਤੁਸੀਂ ਇਹਨੂੰ modal ਜਾਂ model ਜੋ ਵੀ ਚਾਹੋ pronounce ਕਰ ਸਕਦੇ ਹੋ. Sorry, but nowadays it's pronounced as modals. Ram should take exercise daily. Fill in the blanks using suitable sentence connector. ਉਹ connector ਲਾਓ ਜੋ suitable ਇੱਥੇ fit ਹੋਵੇ. Until you told me I had heard nothing of it. ਜਦ ਤੱਕ ਤੂੰ ਮੈਨੂੰ ਨਹੀਂ ਦੱਸਿਆ ਸੀ ਤਦ ਤੱਕ ਮੈਂ ਇਹਦੇ ਬਾਰੇ ਨਹੀਂ ਸੁਣਿਆ ਸੀ. Change the following into indirect speech. ਇਹਨੂੰ ਤੁਸੀਂ indirect speech change ਕਰਨਾ ਹੈ. ਇਹ ਮੈਂ question ਤੁਹਾਡੇ ਲਈ ਛੱਡਿਆ ਹੈ. Let's see ਤੁਸੀਂ ਕਿੰਨਾ prepare ਕੀਤਾ ਹੋਇਆ ਹੈ. ਬੱਚੇ ਤੁਸੀਂ ਸਾਰੇ ਮਿਲ ਕੇ ਮਤਲਬ ਕਿ ਜੋ ਵੀ ਵੀਡੀਓ ਵੇਖਦਾ ਜਾਏਗਾ ਕਮੈਂਟ ਸੈਕਸ਼ਨ 'ਚ ਆਪਣਾ ਜੋ ਤੁਸੀਂ ਆਨਸਰ ਤੁਸੀਂ ਲਿਖੋਗੇ ਪੇਪਰ ਦੇ ਵਿੱਚ ਉਹ ਲਿਖਣਾ. ਮੈਂ ਤੁਹਾਨੂੰ ਦੱਸਾਂਗੀ ਕਮੈਂਟ ਸੈਕਸ਼ਨ 'ਚ ਕਿ ਇਹ ਰਾਈਟ ਹੈ ਕਿ ਰੋਂਗ ਹੈ. ਠੀਕ ਹੈ. Rewrite the following sentence into past indefinite tense. बहुत easy ਹੁੰਦਾ है past indefinite tense. The policeman holds up his hand. The policeman held up his hand. Punctuate the following sentences. Punctuation लानी है. If you go to Agra, the A capital, comma, do visit the Taj Mahal. Proper noun. दोनों proper noun ने. Full stop आएगा तो comma आएगा. जे तू आगरा गया तो ताज महल जरूर visit करियो. On the basis of your reading of the given passage, make notes on it in the point only. Marks 4 ਨੇ. ਇਹਦੇ ਉੱਪਰ ਤੁਸੀਂ ਕੀ ਬਣਾਣੇ? ਨੋਟਸ ਬਣਾਣੇ ਨੇ. ਤੁਸੀਂ ਇਹਨੂੰ ਰੀਡ ਕਰਕੇ ਨੋਟਸ ਲਿਖਣੇ ਨੇ. ਠੀਕ ਹੈ. ਮੈਂ ਆਲਰੇਡੀ ਲਿਖ ਚੁੱਕੀ ਹਾਂ. Here you go. Good manners are to be acquired and cultivated. Childhood is the best time for learning and imbibing good manners. Manners help us to make friends and to gain appreciation. Make man and models. Next is an Indian festival. कोई भी Indian festival ਤੁਸੀਂ ਲਿਖ ਸਕਦੇ ਹੋ ਉਹਦੇ ਬਾਰੇ. ਮੈਂ ਦੀਵਾਲੀ ਬਾਰੇ ਲਿਖਿਆ ਹੈ because ਇਹ ਲਿਖਣਾ ਬਹੁਤ easy ਹੈ ਬੱਚਿਆਂ ਲਈ. ਇਹ ਲਰਨ ਕਰਨਾ ਵੀ ਬਹੁਤ easy ਹੈ ਤੇ ਹਰ ਧਰਮ ਦੇ ਲੋਕ ਇਹਨੂੰ ਮੋਸਟਲੀ ਮਨਾਉਂਦੇ ਨੇ. So India is a land of fairs and festival. India ਧਰਤੀ ਹੈ ਤਿਉਹਾਰਾਂ ਦੀ. Diwali is widely celebrated festival in the calendar of Indian festivals. Indian festivals ਦਾ ਜੋ calendar ਹੈ ਉਹਦੇ ਵਿੱਚ ਸਭ ਤੋਂ ਜ਼ਿਆਦਾ ਧੂਮਧਾਮ ਨਾਲ ਕਿਹੜਾ ਤਿਉਹਾਰ ਮਨਾਇਆ ਜਾਂਦਾ ਹੈ? ਦੀਵਾਲੀ ਮਨਾਇਆ ਜਾਂਦਾ ਹੈ. It is the festival of the Hindus, mainly Hindus ਦਾ festival ਹੁੰਦਾ ਹੈ. It is called the festival of Diyas or Deepmala. ਇਹਨੂੰ Diyas ਜਾਂ Deepmala ਦਾ ਤਿਉਹਾਰ ਕਿਹਾ ਜਾਂਦਾ ਹੈ. It is celebrated in the month of October or November every year. ਇਹ ਹਰ ਸਾਲ ਅਕਤੂਬਰ ਜਾਂ ਨਵੰਬਰ ਦੇ ਵਿੱਚ ਮਨਾਇਆ ਜਾਂਦਾ ਹੈ. It marks the return of Lord Rama to his kingdom after an exile of 14 years. ਇਸ ਦਿਨ ਕੀ ਹੋਇਆ ਸੀ? Lord Rama ਜੀ ਆਪਣੇ kingdom ਵਾਪਸ ਆਏ ਸਨ 14 ਸਾਲ ਦਾ ਵਨਵਾਸ ਕੱਟ ਕੇ. The victory of Rama is a victory of the forces of good over the forces of evil. ਇਹ ਅੱਛਾਈ ਦੀ ਬੁਰਾਈ ਦੇ ਉੱਪਰ ਜਿੱਤ ਸੀਗੀ. People light up their houses on the night of Diwali. ਦੀਵਾਲੀ ਦੀ ਰਾਤ ਲੋਕੀ ਆਪਣੇ ਘਰ ਦੇ ਵਿੱਚ ਕੀ ਜਲਾਉਂਦੇ ਨੇ? ਦੀਏ ਜਲਾਉਂਦੇ ਨੇ, ਲਾਈਟ ਅਪ ਕਰਦੇ ਨੇ. Earthen pots known as diyas burn throughout the night. ਦੀਆ ਪੂਰੀ ਰਾਤ ਜਗਦਾ ਹੈ. Candles are lighted and arranged in a front wall and projected places. ਹੁਣ candles ਨੂੰ ਕੀ ਕੀਤਾ ਜਾਂਦਾ ਹੈ? ਲਾਈਟ ਕੀਤਾ ਜਾਂਦਾ ਹੈ ਤੇ front
ਵਾਲ 'ਚ ਜਿੱਥੇ ਵੀ ਜਗ੍ਹਾ ਮਿਲਦੀ ਹੈ ਪ੍ਰੋਜੈਕਟਡ ਹੁੰਦੀ ਹੈ, ਮਤਲਬ ਕਿ ਜਿੱਥੇ ਵੀ ਲਾਣਾ ਚਾਹੁੰਦੇ ਹੋ ਉੱਥੇ ਉਹਨੂੰ ਜਲਾਇਆ ਜਾਂਦਾ ਹੈ। ਪੀਪਲ ਕੀਪ ਇਲੈਕਟ੍ਰਿਕ ਲਾਈਟਸ ਔਨ ਥਰੂ ਆਊਟ ਦੀ ਨਾਈਟ, ਲੋਕੀ ਜੋ ਬਿਜਲੀ ਦੀਆਂ ਲਾਈਟਸ ਹੁੰਦੀਆਂ ਨੇ ਉਹ ਵੀ ਪੂਰੀ ਰਾਤ ਜਗਾ ਕੇ ਰੱਖਦੇ ਨੇ। Cities, towns and villages look like shining comets। ਹੁਣ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਕੋਈ ਸ਼ਾਈਨਿੰਗ ਕੋਮੇਟ ਪਾਸ ਕਰ ਰਿਹਾ ਹੈ, ਜੋ ਅਸੀਂ ਉੱਪਰੋਂ ਵੇਖਾਂਗੇ। ਸਿਟੀਜ਼, ਜੇ ਤੁਸੀਂ ਸਪੇਸ ਤੋਂ ਇੰਡੀਆ ਨੂੰ ਵੇਖੋਗੇ ਕਿੰਨਾ ਸੋਹਣਾ ਲੱਗਦਾ ਹੋਏਗਾ ਜਦੋਂ ਸਾਰੀ ਲਾਈਟਾਂ ਜਗ ਰਹੀਆਂ ਹੁੰਦੀਆਂ ਨੇ। The city of ਅੰਮ੍ਰਿਤਸਰ in Punjab is beautifully decorated। ਤੇ ਅੰਮ੍ਰਿਤਸਰ ਸ਼ਹਿਰ ਜੋ ਪੰਜਾਬ ਦਾ ਹੈ ਉਹਨੂੰ ਬਹੁਤ ਸੋਹਣੇ ਤਰੀਕੇ ਨਾਲ ਡੈਕੋਰੇਟ ਕੀਤਾ ਜਾਂਦਾ ਹੈ। People from different parts of the world come to see the Diwali of ਅੰਮ੍ਰਿਤਸਰ। ਅੰਮ੍ਰਿਤਸਰ ਦੀ ਦੀਵਾਲੀ ਵੇਖਣ ਲਈ ਲੋਕੀ ਵੱਖਰੇ ਵੱਖਰੇ ਹਿੱਸਿਆਂ ਤੋਂ ਆਉਂਦੇ ਨੇ ਦੁਨੀਆ ਦੇ। ਤੁਹਾਨੂੰ ਯਾਦ ਹੈ ਕਿ ਕਹਾਵਤ ਵੀ ਹੈਗੀ ਹੈ, ਦਾਲ ਰੋਟੀ ਘਰ ਦੀ ਤੇ ਦੀਵਾਲੀ ਅੰਮ੍ਰਿਤਸਰ ਦੀ ਬਹੁਤ ਫੇਮਸ ਹੁੰਦੀ ਹੈ। ਠੀਕ ਹੈ, ਤੇ ਅੱਗੇ ਹੈ ਸਵੀਟਸ ਆਰ ਡਿਸਟ੍ਰੀਬਿਊਟਡ ਅਮੰਗ ਫਰੈਂਡਸ ਐਂਡ ਰਿਲੇਟਿਵਸ ਔਨ ਦਿਸ ਡੇ। ਇਸ ਦਿਨ ਸਵੀਟਸ ਮਿਠਾਈਆਂ ਆਪਣੇ ਰਿਸ਼ਤੇਦਾਰਾਂ ਤੇ ਦੋਸਤਾਂ ਦੇ ਵਿੱਚ ਵੰਡੀ ਜਾਂਦੀ ਹੈ। Men and women put on colorful clothes on the day of Diwali। ਦੀਵਾਲੀ ਵਾਲੇ ਦਿਨ ਆਦਮੀ ਔਰਤ ਜਾਂ ਬੱਚੇ ਜੋ ਵੀ ਨੇ ਉਹ ਸਾਰੇ ਰੰਗ ਬਿਰੰਗੇ ਨਵੇਂ ਕੱਪੜੇ ਪਾਉਂਦੇ ਨੇ। They greet one another and wish each other the blessings of Diwali। ਇੱਕ ਦੂਜੇ ਨੂੰ ਗ੍ਰੀਟ ਕਰਦੇ ਨੇ, ਦੀਵਾਲੀ ਦੀ ਮੁਬਾਰਕ ਦਿੰਦੇ ਨੇ ਤੇ ਇੱਕ ਦੂਜੇ ਲਈ blessings ਮੰਗਦੇ ਨੇ। Children set off crackers, the noise of which continues till late on the night। ਬੱਚੇ ਪਟਾਕੇ ਚਲਾਉਂਦੇ ਨੇ ਜਿਹਦੀ ਸਾਨੂੰ ਆਵਾਜ਼ ਜੋ ਹੈ ਦੇਰ ਰਾਤ ਤੱਕ ਸੁਣਾਈ ਦਿੰਦੀ ਹੈ। People keep their houses neat and clean। ਲੋਕੀ ਆਪਣੇ ਘਰਾਂ ਨੂੰ ਸਾਫ਼ ਸੁਥਰਾ ਰੱਖਦੇ ਨੇ। Some Orthodox people believe that Lakshmi, the goddess of wealth, visit a clean and well-lit house on the night of Diwali। ਜੋ ਪੁਰਾਣੇ ਜ਼ਮਾਨੇ ਦੇ ਲੋਕੀ ਨੇ ਜਿਨ੍ਹਾਂ ਦੀ ਸੋਚ ਪੁਰਾਣੀ ਹੈ ਉਹ ਸੋਚਦੇ ਨੇ ਕਿ ਇਸ ਦਿਨ ਮਾਤਾ ਲక్ష్ਮੀ ਜੋ ਨੇ ਉਹ ਜਿਨ੍ਹਾਂ ਦਾ ਘਰ ਬਿਲਕੁਲ ਸਾਫ਼ ਸੁਥਰਾ ਹੋਏਗਾ ਉਹਨਾਂ ਘਰ ਉਹ ਵਿਜ਼ਿਟ ਕਰਦੀਆਂ ਨੇ, ਆਉਂਦੇ ਨੇ ਦੀਵਾਲੀ ਦੀ ਰਾਤ 'ਚ। Many people gamble on the night of Diwali। ਕੁਝ ਲੋਕ ਇਹੋ ਜਿਹੇ ਵੀ ਨੇ ਜੋ ਦੀਵਾਲੀ ਵਾਲੇ ਦਿਨ ਰਾਤੀ ਜੂਆ ਖੇਡਦੇ ਨੇ। Money changes hands and it brings ruins to certain families। ਇਸ ਦਿਨ ਕੀ ਹੁੰਦਾ ਹੈ, ਕਿਸੇ ਦੀ ਜਿੱਤ ਹੁੰਦੀ ਹੈ, ਕਿਸੇ ਦੀ ਹਾਰ ਹੁੰਦੀ ਹੈ। ਮਨੀ ਇੱਕ ਹੱਥ ਤੋਂ ਦੂਜੇ ਹੱਥ ਚਲ ਜਾਂਦੀ ਹੈ ਜਿਹਦੇ ਨਾਲ ਕਈ ਪਰਿਵਾਰ ਬਰਬਾਦ ਵੀ ਹੋ ਜਾਂਦੇ ਨੇ। The festival of Diwali leaves a long sweet echo behind। ਠੀਕ ਹੈ, ਨੈਕਸਟ ਹੈ attempt any one। ਦੋ ਲੈਟਰਸ ਨੇ, ਇਹਨਾਂ ਵਿੱਚ ਕੋਈ ਇੱਕ ਕਰਨੀ ਹੈ। ਮੈਂ ਦੋਨੋਂ ਤੁਹਾਨੂੰ ਐਕਸਪਲੇਨ ਕਰ ਦਿੰਨੀ ਆ, ਜੋ ਤੁਹਾਨੂੰ ਈਜ਼ੀ ਲੱਗੇ ਤੁਸੀਂ ਉਹਨੂੰ ਲਰਨ ਕਰ ਲਿਓ। ਲੈਟਸ ਸਟਾਰਟ। ਪਹਿਲਾ ਹੈ you are Rohit living at 27 Gandhinagar Panipat। Write a letter to your younger brother Mohit who is a bookworm, persuading him to take parts in game। ਹੁਣ ਤੁਹਾਡਾ ਨਾਮ ਰੋਹਿਤ ਹੈ, ਤੁਸੀਂ ਇਸ ਐਡਰੈਸ ਤੇ ਰਹਿੰਦੇ ਹੋ, ਤੁਹਾਡੇ ਛੋਟੇ ਭਰਾ ਦਾ ਨਾਮ ਮੋਹਿਤ ਹੈ ਜੋ ਹਰ ਟਾਈਮ ਪੜ੍ਹਦਾ ਹੀ ਰਹਿੰਦਾ ਹੈ, ਕਿਤਾਬੀ ਕੀੜਾ ਹੈ। ਤੁਸੀਂ ਉਹਨੂੰ ਕਹਿਣਾ ਹੈ ਕਿ ਤੂੰ ਗੇਮਸ ਵਿੱਚ ਵੀ ਹਿੱਸਾ ਲਿਆ ਕਰ। ਪਹਿਲੇ ਤੁਸੀਂ ਐਡਰੈਸ ਲਿਖੋਗੇ ਜੋ ਤੁਹਾਨੂੰ ਦਿੱਤਾ ਗਿਆ ਹੈ। ਤੁਸੀਂ ਨਾਂ ਵੀ ਮੋਹਿਤ ਹੀ ਯੂਜ਼ ਕਰਨਾ ਹੈ। ਡੇਟ ਤੁਸੀਂ ਜੋ ਸਨ ਹੈ ਤੁਸੀਂ ਆਪਣੇ ਹਿਸਾਬ ਨਾਲ ਲਿਖ ਸਕਦੇ ਹੋ ਜੋ ਐਗਜ਼ਾਮ ਦਾ ਹੋਏਗਾ। Dear Mohit, I am fine and hope the same for you। ਮੈਂ ਠੀਕ ਹਾਂ ਤੇ ਆਸ਼ਾ ਕਰਦਾ ਹਾਂ ਕਿ ਤੂੰ ਵੀ ਠੀਕ ਹੋਵੇਂਗਾ, ਜਾਂ ਆਸ਼ਾ ਕਰਦੀ ਹਾਂ ਕਿ ਤੂੰ ਵੀ ਠੀਕ ਹੋਵੇਂਗਾ। I am writing this letter to persuade you to take part in games। ਮੈਂ ਚਿੱਠੀ ਲਿਖ ਰਹੀ ਹਾਂ, ਇਹਦੇ ਦੁਆਰਾ ਮੈਂ ਤੈਨੂੰ ਕਹਿਣਾ ਚਾਹੁੰਦੀ ਹਾਂ ਜਾਂ ਕਹਿਣਾ ਚਾਹੁੰਦਾ ਹਾਂ ਕਿ ਤੂੰ ਗੇਮਸ ਦੇ ਵਿੱਚ, ਖੇਡਾਂ ਵਿੱਚ ਵੀ ਹਿੱਸਾ ਲਿਆ ਕਰ। I met your friend ਅਸ਼ੋਕ। ਮੈਂ ਤੇਰੇ ਫਰੈਂਡ ਅਸ਼ੋਕ ਨੂੰ ਮਿਲਿਆ ਜਾਂ ਮਿਲੀ। He told me that you are not taking care of your health and wholly occupied with books। ਉਹਨੇ ਮੈਨੂੰ ਦੱਸਿਆ ਕਿ ਤੂੰ ਆਪਣੀ ਮਤਲਬ ਕਿ ਸਿਹਤ ਦਾ ਵੀ ਧਿਆਨ ਨਹੀਂ ਰੱਖ ਰਿਹਾ ਤੇ ਤੂੰ ਬਿਲਕੁਲ ਆਪਣੀ ਬੁੱਕਸ 'ਚ ਕਿਰਿਆ ਰਹਿਣਾ ਹੈ, ਉਹਦੇ ਵਿੱਚ ਹੀ ਤੂੰ ਮਗਨ ਰਹਿਣਾ ਹੈ। You have become a bookworm। ਤੂੰ ਇੱਕ ਕਿਤਾਬੀ ਕੀੜਾ ਬਣ ਗਿਆ ਹੈ। This is not good। ਇਹ ਠੀਕ ਨਹੀਂ ਹੈ। Games are also important। ਖੇਡਾਂ ਵੀ ਬਹੁਤ ਜ਼ਰੂਰੀ ਨੇ। Games keep us fit। ਇਹ ਸਾਨੂੰ ਫਿਟ ਰੱਖਦੀਆਂ ਨੇ। You must take part in games। ਤੈਨੂੰ ਖੇਡਾਂ ਵਿੱਚ ਹਿੱਸਾ ਲੈਣਾ ਚਾਹੀਦਾ ਹੈ। Do not avoid games। ਗੇਮਸ ਤੋਂ ਦੂਰ ਨਾ ਜਾ, ਖੇਡਾਂ ਤੋਂ ਦੂਰ ਨਾ ਹੋ। ਠੀਕ ਹੈ, ਦੂਰੀ ਨਾ ਬਣਾਓ ਤੋਂ। I hope you will take my advice seriously। ਮੈਂ ਆਸ਼ਾ ਕਰਦਾ ਹਾਂ ਕਿ ਤੂੰ ਮੇਰੀ ਐਡਵਾਈਸ ਨੂੰ ਸੀਰੀਅਸਲੀ ਲਏਗਾ। With best wishes, yours affectionately, Rohit। Second ਹੈ you are Jitendra Singh living in 123 Model Town, Nikodar। Write a letter to the bookseller MS Punjab, Book Depot, Sector 26, Chandigarh, complaining against the wrong supply of books। Same address लिखोगे, ठीक है। Subject भी लिखोगे दे विच। Dear sir, I want to inform you I gave you an order number लिखना, last Monday in which I demanded arts stream books but you have sent science stream books।
कि मैं ਤੁਹਾਨੂੰ ਇਨਫੋਰਮ ਕਰਨਾ ਚਾਹੁੰਦਾ ਹਾਂ ਕਿ ਮੈਂ ਲਾਸਟ ਮੰਡੇ ਤੁਹਾਨੂੰ ਇੱਕ ਆਰਡਰ ਦਿੱਤਾ ਸੀਗਾ। ਆਰਡਰ ਨੰਬਰ ਇਹ ਹੈ ਜਿਹਦੇ ਵਿੱਚ ਮੈਂ ਤੁਹਾਡੇ ਕੋਲ ਡਿਮਾਂਡ ਕੀਤੀ ਸੀ ਆਰਟਸ ਦੀ ਕਿਤਾਬਾਂ, ਬਟ ਤੁਸੀਂ ਮੈਨੂੰ ਭੇਜਤੀਆਂ ਨੇ ਸਾਇੰਸ ਦੀਆਂ ਕਿਤਾਬਾਂ। ਆਈ ਐਮ ਸੈਂਡਿੰਗ ਦ ਬੁੱਕਸ ਬੈਕ। ਮੈਂ ਕਿਤਾਬਾਂ ਵਾਪਸ ਭੇਜ ਰਿਹਾ ਹਾਂ। ਪਲੀਜ਼ ਰਿਪਲੇਸ ਦ ਬੁੱਕ ਐਟ ਯੋਰ ਓਨ ਕਾਸਟ। ਤੁਸੀਂ ਆਪਣੇ ਖਰਚੇ ਦੇ ਉੱਪਰ ਹੁਣ ਇਸ ਬੁੱਕਸ ਨੂੰ ਰਿਪਲੇਸ ਕਰਨਾ, ਮਤਲਬ ਕਿ ਹੁਣ ਮੈਂ ਤੁਹਾਨੂੰ ਭੇਜਤਾ, ਹੁਣ ਤੁਸੀਂ ਮੈਨੂੰ ਜੋ ਪਾਰਸਲ ਕਰੋਗੇ ਉਹਦਾ ਖਰਚਾ ਤੁਸੀਂ ਖੁਦ ਚੁੱਕਦੇ ਹੋਏ ਮੇਰੀਆਂ ਕਿਤਾਬਾਂ ਤੁਸੀਂ ਮੈਨੂੰ ਭੇਜ ਦਿਓ। ਥੈਂक्स अ लॉट, योर्स ट्रूली जतिंदर सिंह। ठीक है, 2 मार्क्स फॉर गुड हैंड राइटिंग, राइटिंग सोनी रखना। 2 मार्क्स कितने जाने चाहिए। एंड विद दिस ਅਸੀਂ अपना पूरा जो गेस्ट पेपर है सूक्ष्म मैम ਦਾ ਉਹ ਚੰਗੀ ਤਰ੍ਹਾਂ ਸਮਝ ਕੇ ਸੋਲਵ ਕਰ ਲਿਆ ਹੈ। ਹੁਣ ਤੁਸੀਂ ਮੈਨੂੰ ਕਮੈਂਟ ਸੈਕਸ਼ਨ 'ਚ ਇੱਕ ਆਨਸਰ ਦੇਣਾ ਹੈ ਜੋ ਮੈਂ ਤੁਹਾਨੂੰ ਕੁਐਸਚਨ ਪੁੱਛਿਆ ਸੀ। ਅਪਾਰਟ ਫਰੋਮ ਦੈਟ ਕਿੰਨਾ ਨੂੰ ਇਹ ਗੈਸਟ ਪੇਪਰ ਪਹਿਲੇ ਹੀ ਆਂਦਾ ਸੀ ਉਹ ਵੀ ਬੱਚੇ ਮੈਨੂੰ ਦੱਸਣਾ, ਕਿੰਨਾ ਪਰਸੈਂਟ ਆਂਦਾ ਸੀ, ਕਿੰਨਾ ਨਹੀਂ ਆਂਦਾ ਸੀ, ਜਾਂ ਕਿਹੜਾ ਟੌਪਿਕ ਹੈ ਜਿਹਦੇ ਉੱਪਰ ਮੈਨੂੰ ਵੀਡੀਓ ਬਣਾਉਣੀ ਚਾਹੀਦੀ ਹੈ। ਲੈਟ ਮੀ ਨੋ, I'll surely do something for you guys. Bye bye, take care, have a good day.